ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਕਮਲਜੀਤ ਸਿੱਧੂ ਹਾਜ਼ਰ ਹਾਂ। ਜੇ ਸਰਕਾਰਾਂ ਤੇ ਗੁੰਡੇ ਇੱਕੋ ਹੀ ਮੰਚ ਦੇ ਉੱਤੇ ਆ ਜਾਣ ਤਾਂ ਫਿਰ ਕੀ ਫਰਕ ਰਹਿ ਜੂਗਾ। ਇਸ ਤਰ੍ਹਾਂ ਤਾਂ ਫਿਰ ਨਿਆਂ ਕਦੇ ਕਿਸੇ ਨੂੰ ਮਿਲਣਾ ਹੀ ਨਹੀਂਗਾ ਤੇ ਨਿਆਂ ਜਿਹੜੇ ਆ ਉਹ ਅਮੀਰ ਬੋਚ ਕੇ ਲੈ ਜਾਣਗੇ। ਤੇ ਜਦੋਂ ਦੂਸਰੀ ਜਿਹੜੀ ਖਬਰ ਆ ਉਸ ਖਬਰ ਦੇ ਵਿੱਚ ਜਾਤ ਆਧਾਰਿਤ ਜਿਹੜੀ ਮਰਦਮਸ਼ੁਮਾਰੀ ਹੈ ਉਸ ਦਾ ਵਿਰੋਧ ਹੋ ਰਿਹਾ ਆ। ਕਿਹੜੇ ਸੱਚ ਨੂੰ ਛੁਪਾਉਣ ਲਈ ਨਹੀਂ ਕਰਵਾਈ ਜਾ ਰਹੀ ਮਰਦਮਸ਼ੁਮਾਰੀ, ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਇਸ ਦੇਸ਼ ਦੇ ਵਿੱਚ ਬੜੀ ਉਦੋਂ ਅਜੀਬ ਸਥਿਤੀ ਬਣਦੀ ਹੈ ਜਦੋਂ ਸਰਕਾਰ ਵੀ ਉਹੀ ਕੁਛ ਕਰਨ ਲੱਗ ਜਾਵੇ ਜੋ ਕੁਛ ਇੱਥੋਂ ਦੇ ਗੁੰਡੇ ਜਾਂ ਗੈਂਗਸਟਰ ਕਰਦੇ ਫਿਰਦੇ ਆ। ਤੇ ਜੇ ਦੋਵੇਂ ਇੱਕੋ ਜਿਹੇ ਰਲ ਗਏ ਤਾਂ ਫਿਰ ਸਰਕਾਰ ਤੇ ਗੁੰਡਿਆਂ ਦੇ ਵਿੱਚ ਜਾਂ ਗੈਂਗਸਟਰਾਂ ਦੇ ਵਿੱਚ ਕੀ ਫਰਕ ਰਹਿ ਜੂਗਾ। ਪ੍ਰਤੱਖ ਅੱਜ ਕੱਲ੍ਹ ਦੇਸ਼ ਦੇ ਵਿੱਚ ਅਜਿਹਾ ਹੀ ਕੁਝ ਨਜ਼ਰ ਆ ਰਿਹਾ ਆ। ਸਮਝ ਨਹੀਂ ਆਉਂਦੀ ਕਈ ਵਾਰੀ ਕਿ ਇਹ ਕਹਿਣ ਨੂੰ ਦਿਲ ਕਰਦਾ ਆ ਕਿ ਗੁੰਡਾ ਕਿਹਨੂੰ ਕਿਹਾ ਜਾਵੇ ਦੋਵਾਂ ਦੇ ਵਿੱਚੋਂ, ਕਿ ਉਹ ਗੁੰਡਾ ਸੀ ਕਿ ਇਹ ਗੁੰਡੇ ਆ। ਤੇ ਹੁਣ ਫਰਕ ਕੱਢਣਾ ਵੀ ਔਖਾ ਹੋਇਆ ਪਿਆ ਆ। ਆਖਰ ਨਿਆਂ ਜਿਹੜਾ ਆ ਉਹ ਲੈਣ ਦੇ ਵਾਸਤੇ ਜੋ ਨਿਆਂ ਕਰਨਾ ਹੁੰਦਾ ਜਾਂ ਉਹ ਕਰਨ ਦੇ ਵਾਸਤੇ ਕਈ ਵਾਰੀ ਇਸ ਹੱਦ ਤੱਕ ਸਰਕਾਰਾਂ ਵੀ ਚਲੀਆਂ ਜਾਂਦੀਆਂ ਕਿ ਫਿਰ ਵਾਕਿਆ ਹੀ ਇਹ ਫਰਕ ਕੱਢਣਾ ਔਖਾ ਹੁੰਦਾ ਹੈ ਕਿ ਜੋ ਕੁਛ ਕੰਮ ਗੁੰਡਿਆਂ ਨੇ ਕੀਤੇ ਆ ਉਹੀ ਸਰਕਾਰਾਂ ਕਰੀ ਜਾਂਦੀਆਂ ਹੈ। ਤੇ ਫਿਰ ਦੋਹਾਂ ਦੇ ਵਿੱਚ ਫਰਕ ਕੀ ਰਹਿ ਗਿਆ। ਮਾਮਲਾ ਯੂਪੀ ਦੇ ਵਿੱਚ ਜਿਹੜਾ ਗੈਂਗਸਟਰ ਅਤੀਕ ਤੇ ਉਸਦੇ ਭਰਾ ਅਸ਼ਰਫ ਦਾ ਕਤਲ ਹੋ ਜਾਣਾ ਆ, ਉਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਅਤੀਕ ਅਹਿਮਦ ਇੱਕ ਗੁੰਡਾ ਸੀ। ਇਸ ਬਾਰੇ ਅਜੇ ਕੋਈ ਅਦਾਲਤੀ ਫੈਸਲਾ ਨਹੀਂ ਸੀ ਆਇਆ। ਉਸ ਤੇ ਚੱਲਦੇ 100 ਮੁਕੱਦਮਿਆਂ ਵਿੱਚੋਂ ਅਜੇ ਇੱਕ ਕੇਸ ਦੇ ਵਿੱਚ ਹੀ ਫੈਸਲਾ ਸੁਣਾਇਆ ਗਿਆ ਸੀ। ਪਰ ਅਤੀਕ ਅਹਿਮਦ 3 ਵਾਰ ਚੋਣ ਜਿੱਤਿਆ, ਵਿਧਾਇਕ ਬਣਿਆ ਤੇ 1 ਵਾਰ ਪਾਰਲੀਮੈਂਟ ਦਾ ਮੈਂਬਰ ਵੀ ਬਣਿਆ। ਇਹ ਫੈਸਲਾ ਲੋਕਾਂ ਨੇ ਸੁਣਾਇਆ ਸੀ। ਪਰ ਜਿਸ ਤਰ੍ਹਾਂ ਉਸ ਦੀ ਮੌਤ ਹੋਈ ਹੈ ਉਹ ਨਾ ਤਾਂ ਉਸ ਦੇ ਗੁੰਡੇ ਹੋਣ ਦੇ ਇਲਜ਼ਾਮ ਨਾਲ ਤੇ ਨਾ ਹੀ ਉਸ ਦੇ ਸਿਆਸਤਦਾਨ ਹੋਣ ਨਾਲ ਜੋੜੀ ਜਾ ਸਕਦੀ ਹੈ। ਉਹ ਇੱਕ ਮੁਜਰਮ ਸੀ, ਗੁੰਡਾ ਸੀ, ਕਾਤਲ ਸੀ, ਜਿਸ ਦੇ ਉੱਪਰ ਉੱਤਰ ਪ੍ਰਦੇਸ਼ ਪੁਲਿਸ ਨੇ ਕੇਸ ਦਰਜ ਕੀਤੇ ਹੋਏ ਸੀ। ਉਹ ਉੱਤਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ਵਿੱਚ ਸੀਗਾ ਤੇ ਰਾਤ ਨੂੰ 10 ਵਜੇ ਪੁਲਿਸ ਵੱਲੋਂ ਉਸ ਨੂੰ ਬਿਨਾਂ ਕਿਸੇ ਮੈਡੀਕਲ ਜ਼ਰੂਰਤ ਦੇ ਜੇਲ੍ਹ ਤੋਂ ਬਾਹਰ ਹਸਪਤਾਲ ਲਿਜਾਇਆ ਜਾ ਰਿਹਾ ਸੀਗਾ, ਜਿਸ ਦਾ ਉਸਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਮੈਨੂੰ ਨਾ ਲੈ ਕੇ ਜਾਓ, ਸਾਨੂੰ ਲੋੜ ਨਹੀਂ ਹੈਗੀ। ਔਰ ਇਹ ਸਾਰੇ ਸੰਸਾਰ ਨੂੰ ਪਤਾ ਲੱਗੀ ਇਹ ਗੱਲ ਕਿ ਬਿਨਾਂ ਲੋੜ ਦੇ ਉਹਨਾਂ ਨੂੰ ਧੱਕੇ ਨਾਲ ਹਸਪਤਾਲ ਲਿਜਾਇਆ ਜਾ ਰਿਹਾ ਸੀ। ਮਤਲਬ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਾਜ਼ਿਸ਼ ਪਹਿਲਾਂ ਹੀ ਘੜੀ ਕਢਾਈ ਗਈ ਸੀਗੀ। ਇਹ ਹੁਣ ਸਾਰਿਆਂ ਨੂੰ ਪ੍ਰਤੱਖ ਹੋ ਚੁੱਕੀ ਹੈ। ਤੇ ਮੁਜਰਮ ਨੂੰ ਜਿਸ ਤਰੀਕੇ ਨਾਲ ਪੁਲਿਸ ਖਿੱਚੀ ਫਿਰਦੀ ਸੀਗੀ ਔਰ ਜਿਸ ਤਰੀਕੇ ਉਹਦੇ ਮਨ ਵਿੱਚ ਡਰ ਸੀ, ਤੌਖਲਾ ਸੀਗਾ, ਉਹ ਸੱਚਮੁੱਚ ਹੀ ਉਹਦੇ ਸਾਹਮਣੇ ਆ ਗਿਆ। ਜਿਸ ਤਰ੍ਹਾਂ ਨਾਲ ਬੜੇ ਬੁਰੇ ਤਰੀਕੇ ਪੁਲਿਸ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਦੇ ਬਿਲਕੁਲ ਸਾਹਮਣੇ 3 ਗੁੰਡਿਆਂ ਵੱਲੋਂ ਉਸ ਦਾ ਕਤਲ ਕੀਤਾ ਜਾਂਦਾ ਆ। ਇੱਕ ਗੁੰਡਾ ਨਹੀਂ, 2 ਗੁੰਡਿਆਂ ਦਾ ਕਤਲ 3 ਗੁੰਡਿਆਂ ਵੱਲੋਂ ਕੀਤਾ ਜਾਂਦਾ। ਤੇ ਫਿਰ ਕਰਵਾਉਣ ਵਾਲਾ ਕੌਣ ਆ ਇਹ ਵੀ ਆਪਾਂ ਸੱਚ ਜਾਣਦੇ ਹਾਂ, ਕਿਉਂਕਿ ਸਿੱਧੀ ਸ਼ੱਕ ਦੀ ਸੂਈ ਸਰਕਾਰ ਦੇ ਉੱਤੇ ਜਾਂਦੀ ਪਈ ਆ। ਹਾਲਾਂਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਯੂਪੀ ਦੀ ਜੋ ਸਰਕਾਰ ਹੈ ਉਸ ਦੇ ਉੱਤੇ ਫਰਜ਼ੀ ਇਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਛਾਪ ਲੱਗ ਚੁੱਕੀ ਹੈ ਔਰ ਉਹ ਸਰਕਾਰ ਆਪ ਵੀ ਮੰਨਦੀ ਪਈ ਹੈ ਸਾਡੇ ਕਹਿਣ ਨਾਲ ਇੱਥੇ ਕੁਝ ਨਹੀਂ ਹੋ ਜਾਣਾਗਾ। ਕਿਉਂਕਿ ਜਦੋਂ ਦਾ ਆਦਿੱਤਿਆਨਾਥ ਯੋਗੀ ਇੱਕ ਸਾਧ ਤੋਂ ਮੁੱਖ ਮੰਤਰੀ ਬਣਿਆ ਆ, ਉਸ ਤੋਂ ਬਾਅਦ ਜੋ ਉੱਥੋਂ ਦੀ ਸਥਿਤੀ ਬਣੀ ਹੋਈ ਹੈ ਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੋ ਰਹੀਆਂ ਨੇ ਜੋ ਹੁਣ ਕਿਸੇ ਨੂੰ ਹਜ਼ਮ ਨਹੀਂ ਹੋ ਰਹੀਆਂ। ਘੱਟੋ ਘੱਟ 1000 ਦੇ ਕਰੀਬ ਐਨਕਾਊਂਟਰਾਂ ਦੀ ਫਾਈਲ ਆ ਜਿਹੜੇ ਫਰਜ਼ੀ ਕੀਤੇ ਗਏ ਨੇ ਔਰ ਜਿਨ੍ਹਾਂ ਲੋਕਾਂ ਨੂੰ ਗੁੱਠੇ ਲਾਉਣਾ ਉਹਨਾਂ ਨੂੰ ਲਾਇਆ ਜਾ ਰਿਹਾ ਆ। ਇਹ ਬੜੀ ਹੈਰਾਨ ਕਰ ਦੇਣ ਵਾਲੇ ਅੰਕੜੇ ਆ ਜਿਹੜੇ ਪਿਛਲੇ ਦਿਨੀ ਜਾਰੀ ਹੋਏ ਸੀ ਕਿ ਆਖਰ ਯੂਪੀ ਦੇ ਵਿੱਚ ਇਹ ਕੀ ਹੋ ਰਿਹਾ ਆ। ਤਾਂ ਅਤੀਕ ਤੇ ਉਸਦੇ ਭਰਾ ਅਸ਼ਰਫ ਨੂੰ ਜਿਸ ਦਿਨ ਜੇਲ੍ਹ ਤੋਂ ਬਾਹਰ ਮੈਡੀਕਲ ਚੈੱਕਅਪ ਵਾਸਤੇ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਉਹਨਾਂ ਨੂੰ ਬਿਨਾਂ, ਮੈਂ ਫਿਰ ਉਸ ਗੱਲ ਦੇ ਉੱਤੇ ਆਉਣਾ ਕਿ ਬਿਨਾਂ ਮੈਡੀਕਲ ਜ਼ਰੂਰਤ ਦੇ ਲਿਜਾਇਆ ਜਾ ਰਿਹਾ ਸੀਗਾ ਤੇ ਉਹ
ਪੁਲਿਸ ਉਹਨਾਂ ਨੂੰ ਪੈਦਲ ਚਲਾ ਕੇ ਆਮ ਮੈਡੀਕਲ ਜਾਂਚ ਵਾਸਤੇ ਲਿਜਾ ਰਹੀ ਸੀ, ਜਦੋਂ ਕਿ ਕਿਸੇ ਗੱਡੀ 'ਚ ਬਿਠਾ ਕੇ ਬਿਲਕੁਲ ਹਸਪਤਾਲ ਦੇ ਅੰਦਰ ਵੀ ਲਿਜਾਇਆ ਜਾ ਸਕਦਾ ਸੀ। ਅੰਦਰ ਬੂਹੇ ਦੇ ਜਮਾਂ ਗੇਟ ਦੇ ਲਾਗੇ ਵੀ ਕਰਕੇ ਉਹਨਾਂ ਨੂੰ ਫਟਾਫਟ ਅੰਦਰ ਟਪਾਇਆ ਜਾ ਸਕਦਾ ਸੀ, ਲੰਘਾਇਆ ਜਾ ਸਕਦਾ ਸੀ। ਜਿਵੇਂ ਆਮ ਤੌਰ 'ਤੇ ਸਾਡੇ ਇੱਥੇ ਬਖਤਰਬੰਦ ਗੱਡੀਆਂ ਪੁਲਿਸ ਨੂੰ ਮਿਲੀਆਂ ਹੁੰਦੀਆਂ ਜਦੋਂ ਉਹ ਕਿਸੇ ਬਹੁਤ ਵੱਡੇ ਅਪਰਾਧੀ ਨੂੰ ਲੈ ਕੇ ਆਉਂਦੀਆਂ, ਤੇ ਆਸੇ-ਪਾਸੇ ਪੂਰੀ ਜੈਡ ਸਿਕਿਉਰਿਟੀ ਹੁੰਦੀ ਹੈ। ਤਾਂ ਹੁਣ ਇਹ ਸਿਕਿਉਰਿਟੀ ਜਿਹੜੀ ਉੱਥੇ ਸੀਗੀ ਉਹ ਤਾਂ ਹੁਣ ਜੱਗ ਜ਼ਾਹਿਰ ਹੋਈ ਹੈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਪਤਾ ਸੀਗਾ ਕਿ ਕੀ ਹੋਣਾ ਹੈ, ਔਰ ਪੁਲਿਸ ਨੇ ਮਾਹੌਲ ਔਰ ਵਾਤਾਵਰਨ ਹੀ ਉੱਥੇ ਉੱਦਾਂ ਦਾ ਪੈਦਾ ਕਰ ਦਿੱਤਾ ਸੀ ਜਿਸ ਦੇ ਵਿੱਚ ਉਹ ਦੋਵੇਂ ਗੈਂਗਸਟਰ ਜਿਹੜੇ ਆ ਉਹ ਮਾਰ ਦਿੱਤੇ ਗਏ ਨੇ। ਤਾਂ ਅਸੀਂ ਉਸ ਦਿਨ ਦੇਖਿਆ ਹੈ ਕਿ ਜਿਸ ਦਿਨ ਉਹਨੂੰ ਮੈਡੀਕਲ ਵਾਸਤੇ ਉਸ ਰਾਤ ਲਿਜਾਇਆ ਜਾ ਰਿਹਾ ਸੀਗਾ, ਪਹਿਲਾਂ ਤਾਂ ਰਾਤ ਵਾਲਾ ਉਹ ਸਮਾਂ ਹੀ ਗਲਤ ਸੀਗਾ। ਇੱਦਾਂ ਕਦੇ ਵੀ ਨਹੀਂ ਹੁੰਦਾ ਕਿ ਤੁਸੀਂ ਅੱਧੀ ਰਾਤ ਨੂੰ ਲੈ ਕੇ ਉਹਨਾਂ ਨੂੰ ਤੁਰ ਪਓ। ਮੀਡੀਆ ਨੂੰ ਵੀ ਜਾਣਕਾਰੀ ਸੀ, ਉਹਨਾਂ ਨੇ ਚਾਰੇ ਪਾਸੇ ਤੋਂ ਅਤੀਕ ਨੂੰ ਘੇਰਿਆ ਹੋਇਆ ਸੀ। ਇਸ ਦੌਰਾਨ ਆਰਾਮ ਨਾਲ 3 ਕਾਤਲਾਂ ਨੇ ਅਤੀਕ ਤੇ ਉਸਦੇ ਭਰਾ ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦਾ ਵੀਡੀਓ ਭਾਰਤ ਦੇ ਨਾਲ ਦੁਨੀਆ ਭਰ ਦੇ ਵਿੱਚ ਵੇਖਿਆ ਗਿਆ ਔਰ ਇਹਨੇ ਇੱਕ ਵੱਡਾ ਸਵਾਲ ਉਠਾਇਆ। ਸਵਾਲ ਪਤਾ ਕੀ ਆ ਕਿ ਆਖਰ ਪੁਲਿਸ ਨੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ। ਫਿਰ ਸ਼ੱਕ ਦੀ ਸੂਈ ਤਾਂ ਹੁਣ ਸਪਸ਼ਟ ਹੈ ਨਾ, ਕਹਿਣ ਦੀ ਲੋੜ ਨਹੀਂ, ਤੁਸੀਂ ਆਪ ਹੀ ਸਮਝ ਗਏ ਹੋ ਕਿ ਪੁਲਿਸ ਨੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ। ਪੂਰੀ ਦੁਨੀਆ ਦੇ ਵਿੱਚ ਇਹ ਸਵਾਲ ਉੱਠਿਆ ਹੋਇਆ ਹੈ, ਪੂਰੀ ਦੁਨੀਆ ਇਹ ਸਵਾਲ ਪੁੱਛ ਰਹੀ ਹੈ ਕਿ ਆਖਰ ਪੁਲਿਸ ਨੇ ਅੱਗੋਂ ਜਦੋਂ ਉਹਨਾਂ ਕੋਲੇ ਹਥਿਆਰ ਸੀਗੇ ਉਹਨਾਂ 3 ਕਾਤਲਾਂ ਨੂੰ ਕਿਉਂ ਨਹੀਂ ਮੌਕੇ ਦੇ ਉੱਤੇ ਉਹਨਾਂ ਨੂੰ ਵੀ ਸ਼ੂਟ ਕਰ ਦਿੱਤਾ ਗਿਆ, ਜਾਂ ਫਿਰ ਉਹਨਾਂ ਦੇ ਉੱਤੇ ਹੀ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹਮਲਾਵਰਾਂ ਨੇ ਦਨਾਦਨ ਗੋਲੀਆਂ ਚਲਾਈਆਂ ਪਰ ਪੁਲਿਸ ਦੇ ਇੱਕ ਵੀ ਗੋਲੀ ਨਹੀਂ ਚੱਲੀ। ਪੁਲਿਸ ਤਾਂ ਉੱਥੇ ਇੱਦਾਂ ਹੋ ਗਈ ਕਿ ਜਿਵੇਂ ਹੱਥਾਂ ਦੇ ਵਿੱਚ ਹਥਿਆਰ ਨਹੀਂ ਸੀਗੇ, ਸ਼ਾਇਦ ਡੰਡੇ ਫੜੇ ਸੀਗੇ, ਇੱਦਾਂ ਹੀ ਲੱਗ ਰਿਹਾ ਸੀਗਾ। ਬਿਲਕੁਲ ਕੋਈ ਪੁਲਿਸ ਵਾਲਾ ਨਹੀਂ ਕੁਸਕਿਆ। ਮਾਰਨ ਤੋਂ ਬਾਅਦ ਕਈ ਕਹਿੰਦੇ ਨੇ ਕਿ ਉਹ ਗੁੰਡਾ ਸੀ ਤੇ ਇਹ ਰੱਬ ਦਾ ਨਿਆਂ ਆ, ਪਰ ਵੱਡੇ ਚੈਨਲ ਤੇ ਉਸ ਨੂੰ ਇੱਕ ਵੱਡਾ ਮਾਫੀਆ ਡਾਨ ਦੱਸਿਆ ਜਾ ਰਿਹਾ ਸੀ। ਅਸੀਂ ਕੌਮੀ ਮੀਡੀਆ ਦੀ ਗੱਲ ਕਰਦੇ ਹਾਂ ਔਰ ਉਹ ਕਿਵੇਂ ਚੀਖ ਕੇ ਉਸ ਨੂੰ ਸਾਬਤ ਕਰ ਰਹੇ ਸੀਗੇ ਕਿ ਬਹੁਤ ਵੱਡਾ ਤਕੜਾ ਗੁੰਡਾ ਮਾਰ ਕੇ ਉਹਨਾਂ ਨੇ ਬਹੁਤ ਫਖਰ ਦਾ ਕੰਮ ਕੀਤਾ ਆ। ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਮੌਜੂਦਾ ਸਰਕਾਰ ਦਾ 6 ਸਾਲ ਤੋਂ ਰਾਜ ਚੱਲ ਰਿਹਾ ਸੀ ਤੇ ਉਸ ਵਿੱਚ ਇਸ ਤਰ੍ਹਾਂ ਦੇ ਗੁੰਡੇ ਨੂੰ ਵਧਣ ਫੁੱਲਣ ਦਾ ਮੌਕਾ ਮਿਲਿਆ ਤੇ ਮਿਲਿਆ ਕਿਉਂ। ਇੱਥੇ ਸਰਕਾਰ ਵੀ ਜ਼ਿੰਮੇਵਾਰ ਬਣਦੀ ਹੈ। ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ 6 ਸਾਲ ਦੇ ਰਾਜ ਦੇ ਵਿੱਚ ਯੋਗੀ ਆਦਿੱਤਿਆਨਾਥ ਇਸ ਯੂਪੀ ਦੇ ਵਿੱਚ ਸੀਗਾ, ਉੱਥੋਂ ਇਹ ਗੁੰਡਾ ਕਿਉਂ ਵਧਿਆ ਫੁੱਲਿਆ, ਇਹਨੂੰ ਕਿਉਂ ਵਧਣ ਫੁੱਲਣ ਦਿੱਤਾ, ਕਿਉਂ ਇਸ ਤਰੀਕੇ ਨਾਲ ਖੁੱਲ੍ਹੀ ਆਜ਼ਾਦੀ ਦਿੱਤੀ ਕਿ ਜੋ ਮਰਜ਼ੀ ਕਰੇ, ਚਾਹੇ ਉਹ ਧੱਕੇਸ਼ਾਹੀ ਕਰੇ, ਚਾਹੇ ਉਹ ਜ਼ਮੀਨਾਂ ਤੇ ਕਬਜ਼ੇ ਕਰੇ, ਚਾਹੇ ਉਹ ਕਤਲੇਆਮ ਕਰੇ, ਚਾਹੇ ਕਿਸੇ ਦੀ ਜਾਇਦਾਦ ਹੜਪ ਲਵੇ। ਜਿਸ ਤਰੀਕੇ ਦੀਆਂ ਉਹ ਹਰਕਤਾਂ ਕਰ ਰਿਹਾ ਸੀਗਾ, ਕਿਉਂ ਨਹੀਂ ਉਸ ਵੇਲੇ ਉਸ ਨੂੰ ਨੱਥ ਪਾਈ ਗਈ। ਇਹ ਕਈ ਸਵਾਲ ਖੜੇ ਹੁੰਦੇ ਆ। ਕਿਉਂ ਸ਼ਹਿ ਦਿੱਤੀ ਗਈ ਆ? ਸਰਕਾਰ ਕਿੱਥੇ ਸੁੱਤੀ ਪਈ ਸੀ? ਕਿ ਸਰਕਾਰ ਜਾਂ ਪੁਲਿਸ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਦੇ ਇਲਾਕੇ ਵਿੱਚ ਜਾਂ ਉਹਦੀ ਸਟੇਟ ਦੇ ਵਿੱਚ ਇਹ ਕੀ ਹੋ ਰਿਹਾ? ਇਹ ਸਵਾਲ ਖੜੇ ਹੁੰਦੇ ਆ। ਤੇ ਅੱਜ ਜਿਸ ਤਰੀਕੇ ਹਾਲਾਤ ਬਣੇ ਆ, ਅੱਜ ਕੋਈ ਨਹੀਂ ਪੁੱਛ ਰਿਹਾ ਕਿ ਅਤੀਕ ਅਹਿਮਦ ਕੋਲੇ ਭ੍ਰਿਸ਼ਟਾਚਾਰ ਦੇ ਕੁਝ ਮਾਮਲਿਆਂ ਬਾਰੇ ਪੂਰੇ ਸਬੂਤ ਸਨ, ਜਿਸ ਦੇ ਉਹ ਕੁਝ ਰਾਜ ਖੋਲ੍ਹਣਾ ਚਾਹੁੰਦਾ ਸੀ। ਉਹਨਾਂ ਰਾਜਾਂ ਦਾ ਹੁਣ ਕੀ ਹੋਊਗਾ? ਕੋਈ ਮੀਡੀਆ ਚੈਨਲ ਨਹੀਂ ਇਸ ਮਾਮਲੇ ਤੇ ਬੋਲ ਰਿਹਾ, ਕਿਉਂਕਿ ਮੈਂ ਫੇਰ ਇੱਕ ਵਾਰੀ ਚੇਤੇ ਕਰਾ ਦਾਂ ਕਿ ਅਸੀਂ ਪਿਛਲੀ ਰਿਪੋਰਟ ਵਿੱਚ ਵੀ ਗੱਲ ਕੀਤੀ ਆ ਤੇ ਅੱਜ ਮੈਂ ਜੋ ਇਹ ਗੱਲ ਕਰ ਰਿਹਾ, ਅੱਜ ਮੈਂ ਫੇਰ ਦੱਸਣਾ ਚਾਹੁੰਦਾ ਆ ਕਿ ਅਤੀਕ ਅਹਿਮਦ ਨੇ ਤੇ ਉਸਦੇ ਭਰਾ ਅਸ਼ਰਫ ਨੇ, ਉਹਨਾਂ ਕੋਲੇ ਬਹੁਤ ਵੱਡੇ ਰਾਜ ਸੀਗੇ। ਉਹ ਰਾਜ ਸੀਗੇ ਬਹੁਤ ਵੱਡੇ ਸਫੇਦ ਪੋਸ਼ਾਂ ਦੇ ਬਾਰੇ ਵਿੱਚ ਔਰ ਬਹੁਤ ਸਾਰੇ ਲੀਡਰਾਂ ਦੇ ਬਾਰੇ ਵਿੱਚ। ਉਹਨਾਂ ਨੂੰ ਸੀਗਾ ਲੀਡਰਾਂ ਨੂੰ ਤੇ ਉਹਨਾਂ ਸਫੈਦ ਪੋਸ਼ਾਂ ਨੂੰ ਕਿ ਜੇ ਹੁਣ ਇਹ ਪੁਲਿਸ ਦੀ ਗ੍ਰਿਫਤ ਵਿੱਚ ਹੈਗਾ ਆ ਤੇ ਜੇ ਇਹਨੇ ਅਦਾਲਤ ਵਿੱਚ ਪੁੱਛਤਾਛ ਹੋਈ, ਜੇ ਰਿਮਾਂਡ ਤੇ ਲਿਆ ਗਿਆ ਤੇ ਉਹਨੇ ਕੁਛ ਤਾਂ ਦੱਸ ਹੀ ਦਿੱਤੇ ਸੀ ਤੇ ਬਾਕੀ ਵੀ ਜੇ ਦੱਸ ਦਿੱਤੇ ਤਾਂ ਫਿਰ ਯੂਪੀ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਵੱਡਾ ਭੁਚਾਲ ਆਉਣ ਵਾਲਾ ਸੀਗਾ। ਯੂਪੀ ਦੇ ਬਹੁਤ ਵੱਡੇ ਧਨਾੜ ਇਸ ਮਾਮਲੇ ਵਿੱਚ ਫਸਣ ਵਾਲੇ ਸੀਗੇ। ਯੂਪੀ ਨਹੀਂ ਬਲਕਿ ਤੁਸੀਂ
ਬਾਕੀ ਸਟੇਟਾਂ ਜਿੱਥੋਂ ਤੱਕ ਉਹਦਾ ਕਦਮ ਪੈਂਦਾ ਸੀਗਾ ਅਤੀਕ ਦਾ, ਉਹਦੀ ਗੁੰਡਾਗਰਦੀ ਦਾ, ਉੱਥੋਂ ਤੱਕ ਕਈ ਜਿਹੜੇ ਤਾਰ ਸੀਗੇ ਉਹ ਜੁੜੇ ਹੋਏ ਸੀ। ਹੋ ਸਕਦਾ ਸੀਗਾ ਕਿ ਇਹ ਤਾਰ ਜਿਹੜੇ ਸੀਗੇ ਉਦੋਂ ਵੀ ਵੱਡੇ ਜਿਹੜੇ ਮੰਤਰੀ ਸੰਤਰੀ ਜਾਂ ਫਿਰ ਵੱਡੇ ਸਫੇਦਪੋਸ਼ ਆ ਉੱਥੋਂ ਤੱਕ ਜੁੜੇ ਹੁੰਦੇ ਕਿ ਆਖਰ ਇਹਨਾਂ ਗੁੰਡਿਆਂ ਨੂੰ ਸ਼ਹਿ ਕੌਣ ਦਿੰਦਾ, ਇਹਨਾਂ ਨੂੰ ਹਥਿਆਰ ਕੌਣ ਦਿੰਦਾ, ਇਹਨਾਂ ਨੂੰ ਕਾਰਵਾਈਆਂ ਕਰਨ ਦੀ ਖੁੱਲ੍ਹ ਕਿਉਂ ਦਿੰਦਾ ਆ, ਕਿਉਂ ਨਹੀਂ ਪੁੱਛਿਆ ਜਾਂਦਾ। ਚਾਹੇ ਇੱਥੇ ਮੈਂ ਕੇਂਦਰ ਸਰਕਾਰ ਦੀ ਗੱਲ ਕਰ ਲਵਾਂ, ਚਾਹੇ ਇੱਥੋਂ ਦੀ ਰਾਜ ਸਰਕਾਰ ਦੀ ਗੱਲ ਕਰ ਲਵਾਂ, ਔਰ ਸਟੇਟ ਚਾਹੇ ਕੋਈ ਵੀ ਹੋਵੇ, ਪਹਿਲਾਂ ਗੁੰਡਿਆਂ ਨੂੰ ਪਨਪਣ ਦਿੱਤਾ ਜਾਂਦਾ। ਇਹੀ ਸਾਡੇ ਇੱਥੇ ਦੇਖਣ 'ਚ ਆਇਆ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਰਾਜ ਸਮੇਂ ਤੇ ਉਸ ਤੋਂ ਬਾਅਦ ਕਾਂਗਰਸ ਦੇ ਰਾਜ ਸਮੇਂ ਇੱਥੇ ਇੰਨਾ ਕੁ ਚਿੱਟਾ, ਇੰਨਾ ਕੁ ਨਸ਼ਾ ਵਿਕਿਆ, ਇੰਨੇ ਕੁ ਗੈਂਗਸਟਰ ਪੈਦਾ ਹੋਏ। ਤਾਂ ਇਹ ਗੈਂਗਸਟਰ ਪੈਦਾ ਕਿਵੇਂ ਹੋਏ ਨੇ, ਇਹਨਾਂ ਨੂੰ ਪੈਦਾ ਹੋਣ ਦਿੱਤਾ ਪਿਆ ਆ। ਜੇ 84 ਦੀ ਅਸੀਂ ਗੱਲ ਕਰ ਲਈਏ ਤਾਂ 80 ਤੋਂ 95 ਤੱਕ ਦੇ ਜਿਹੜੇ 15 ਸਾਲ ਸੀ ਉਹਦੇ ਵਿੱਚ ਖਾੜਕੂਵਾਦ ਆਖਰ ਪੈਦਾ ਕਿਵੇਂ ਹੋਇਆ, ਇਹਦੇ ਵਿੱਚ ਕੌਣ ਜ਼ਿੰਮੇਵਾਰ ਸੀਗੇ, ਇਹ ਸਪਸ਼ਟ ਹੈ ਸਾਰੀ ਗੱਲ। ਇਸ ਕਰਕੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਪਨਪਨ ਦਿੰਦੇ ਹੋ ਤੇ ਫਿਰ ਜਦੋਂ ਉਹ ਤੁਹਾਡੇ ਲਈ ਸਿਰਦਰਦੀ ਬਣਦੀਆਂ ਤੇ ਫਿਰ ਤੁਸੀਂ ਉਹਨਾਂ ਨੂੰ ਗੁੱਠੇ ਲਾਉਂਦੇ ਹੋ, ਫਿਰ ਉਹਨਾਂ ਨੂੰ ਮਾਰਦੇ ਹੋ, ਫਿਰ ਚਾਹੇ ਇਨਕਾਊਂਟਰ ਕਰਨੇ ਪੈਣ, ਚਾਹੇ ਫਰਜ਼ੀ ਇਨਕਾਊਂਟਰ ਕਰਨੇ ਪੈਣ। ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੂਰੀ ਨੌਜਵਾਨਾਂ ਦੀ ਵਾਢੀ ਕੀਤੀ ਗਈ ਸੀ ਪੁਲਿਸ ਬੰਨਿਓ ਤੇ ਸਰਕਾਰਾਂ ਬੰਨਿਓ, ਉਹ ਜੱਗ ਜ਼ਾਹਿਰ ਹੈ। ਇਹੀ ਕੁਛ ਉੱਥੇ ਹੋ ਰਿਹਾ। ਇਸ ਕਰਕੇ ਸਰਕਾਰ ਚਾਹੇ ਯੂਪੀ ਦੀ ਹੋਵੇ, ਚਾਹੇ ਪੰਜਾਬ ਦੀ ਹੋਵੇ ਜਾਂ ਕਿਸੇ ਵੀ ਅਦਰ ਸਟੇਟ ਦੀ ਹੋਵੇ, ਜਦੋਂ ਉਹ ਵਾਢਾ ਆਪ ਧਰਦੀ ਹੈ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਗੁੰਡਿਆਂ ਦੇ ਵਿੱਚ ਤੇ ਉਹਦੇ ਵਿੱਚ ਕਿ ਜਦੋਂ ਉਹ ਖਾਤਮਾ ਕਰਦੀ, ਉਹ ਪਰਿਵਾਰ ਉਜਾੜਦੀ ਆ, ਉਹ ਨੌਜਵਾਨਾਂ ਦਾ ਘਾਣ ਕਰਦੀ ਆ, ਜਾਂ ਫਿਰ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਮੁਨੱਵਸ ਪਾਏ ਜਾਂਦੇ ਨੇ ਉਹਨਾਂ ਦਾ ਘਾਣ ਕਰਦੀ ਆ। ਤਾਂ ਜਿਨ੍ਹਾਂ 3 ਮੁੰਡਿਆਂ ਨੇ ਅਤੀਕ ਅਹਿਮਦ ਦਾ ਕਤਲ ਕੀਤਾ ਆ ਉਹ ਨਸ਼ੇੜੀ ਸਨ, ਉਹਨਾਂ ਉੱਪਰ ਕਈ ਕੇਸ ਦਰਜ ਸਨ। ਉਹਨਾਂ ਵਿੱਚੋਂ ਇੱਕ ਦੇ ਪਿਓ ਨੇ ਤਾਂ ਆਪਣੇ ਪੁੱਤਰ ਨਾਲ ਰਿਸ਼ਤਾ ਹੀ ਤੋੜ ਦਿੱਤਾ। ਪਰ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਇਹ ਮੁੰਡੇ ਬੜੇ ਧਾਰਮਿਕ ਬਿਰਤੀ ਵਾਲੇ ਸਨ, ਜਿਹੜੇ ਕਿ ਅਸੀਂ ਕਹਿ ਸਕਦੇ ਹਾਂ ਕਿ ਬਲਕੀਸ ਬਾਨੋ ਕਾਂਡ ਵਾਲੇ ਵੀ ਬਹੁਤ ਨੇਕ ਚਾਲ ਚੱਲਣ ਵਾਲੇ ਸਨ। ਇਸ ਕਰਕੇ ਜੇਲ੍ਹਾਂ ਤੋਂ ਰਿਹਾ ਕਰਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇੱਦਾਂ ਹੀ ਹੁੰਦਾ। ਤਾਂ ਸੌਦਾ ਸਾਧ ਵੀ ਬਹੁਤ ਨੇਕ ਚਾਲ ਚੱਲਣ ਵਾਲਾ, ਹਰਿਆਣੇ ਦਾ ਮੁੱਖ ਮੰਤਰੀ ਖੱਟੜ ਉਹਦੇ ਬਾਰੇ ਵੀ ਇਹੀ ਗੱਲਾਂ ਕਰਦਾ ਆ। ਤਾਂ ਦੂਜੇ ਪਾਸੇ ਮਾਫੀਆ ਜਗਤ ਵਿੱਚ ਇਹ ਮੁੰਡੇ ਜਿਹੜੇ ਸੀਗੇ, ਇਹ ਤਿੰਨੇ ਜਿਹੜੇ ਕਾਤਲ ਗੁੰਡੇ ਸੀਗੇ, ਇਹਨਾਂ ਦਾ ਕਹਿਣਾ ਸੀਗਾ ਕਿ ਮਾਫੀਆ ਜਗਤ ਵਿੱਚ ਆਪਣਾ ਨਾਮ ਕਾਇਮ ਕਰਨਾ ਚਾਹੁੰਦੇ ਨੇ। ਯਾਨੀ ਕਿ ਯੋਗੀ ਬਾਰੇ ਜੋ ਇਹ ਆਖਿਆ ਜਾਂਦਾ ਹੈ ਕਿ ਉਹ ਯੂਪੀ ਵਿੱਚ ਮਾਫੀਆ ਖਤਮ ਕਰ ਦਿੱਤਾ ਉਸਨੇ ਤੇ ਗੁੰਡੇ ਉਸਦੇ ਨਾਂ ਤੋਂ ਡਰਦੇ ਨੇ। ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ। ਗੁੰਡੇ ਵੇਖ ਲਓ ਤੁਹਾਡੇ ਸਾਹਮਣੇ ਆ, ਇਹ 3 ਗੁੰਡੇ ਵੀ ਸੀਗੇ, ਹੋਰ ਗੁੰਡੇ ਵੀ ਆ। ਇਸ ਕਰਕੇ ਯੋਗੀ ਦੀਆਂ ਜਿਹੜੀਆਂ ਗੱਲਾਂ ਆ ਉਹ ਗਪੌੜਾ ਹੀ ਆ, ਉਹਦੇ ਵਿੱਚ ਕੋਈ ਖਾਸ ਗੱਲ ਨਹੀਂ ਹੈਗੀ, ਇਹਦੇ 'ਚ ਸੱਚਾਈ ਕੋਈ ਨਹੀਂ ਹੈਗੀ, ਇਹੀ ਕਹਿ ਸਕਦੇ ਹਾਂ। ਇੱਕ ਹੋਰ ਗੱਲ ਵੀ ਕਹੀ ਜਾ ਰਹੀ ਹੈ, ਉਹ ਇਹ ਹੈ ਕਿ ਅਤੀਕ ਅਹਿਮਦ ਮੁਸਲਮਾਨ ਸੀ ਤੇ ਮੁਸਲਮਾਨ ਵਾਸਤੇ ਵੱਖਰਾ ਹੀ ਨਿਆਂ ਦਾ ਵਕਤ ਆ ਗਿਆ ਆ। ਜਿਵੇਂ 2020 ਵਿੱਚ ਦਿੱਲੀ ਵਿੱਚ ਵੇਖਿਆ, ਜੇ ਭੀੜ ਸਾਹਮਣੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਵੀ ਕੀਤਾ ਜਾਊਗਾ ਤਾਂ ਪਰਚਾ ਮੁਸਲਮਾਨ ਦੇ ਉੱਤੇ ਹੀ ਹੋਊਗਾ, ਕਿਉਂਕਿ ਹੁਣ ਨਿਆਂ ਧਰਮ ਦੀ ਐਨਕ ਲਾ ਕੇ ਦਿੱਤਾ ਜਾਵੇਗਾ। ਇਹ ਸਥਿਤੀਆਂ ਬਣੀਆਂ। ਔਰ ਇਹ ਜਿਹੜੀ ਗੱਲ ਆ, ਇਹ ਸਾਡੇ ਇੱਕ ਉੱਘੀ ਪੱਤਰਕਾਰ ਨਿਮਰਤ ਕੌਰ ਨੇ ਵੀ ਇਸ ਬਾਰੇ ਲਿਖਿਆ, ਜਿਹੜੇ ਕਿ ਸਪੋਕਸਮੈਨ ਦੇ ਜਿਹੜੇ ਨੇ ਵੱਡੇ ਪੱਤਰਕਾਰ ਨੇ, ਉਹਨਾਂ ਦਾ ਵੀ ਇਹ ਕਹਿਣਾ ਆ। ਅਤੀਕ ਅਸ਼ਰਫ ਦੇ ਇਸ ਮਾਮਲੇ ਤੋਂ ਬਾਅਦ ਅੱਜ ਹੀ ਨਾਲ ਜੁੜਦੀ ਗੱਲ ਆ ਉਹ ਇਹ ਹੈ ਕਿ ਹੁਣ ਧਮਕੀ ਵੀ ਮਿਲੀ ਆ, ਅਤੀਕ ਅਸ਼ਰਫ ਦੇ ਕਤਲ ਦਾ ਬਦਲਾ ਲਵਾਂਗੇ। ਅੱਤਵਾਦੀ ਸੰਗਠਨ ਅਲ ਕਾਇਦਾ ਨੇ ਧਮਕੀ ਦਿੱਤੀ ਹੈ। ਅੱਤਵਾਦੀ ਸੰਗਠਨ ਅਲ ਕਾਇਦਾ ਨੇ ਅਤੀਕ ਕਤਲकांड ਦਾ ਬਦਲਾ ਲੈਣ ਦੀ ਧਮਕੀ ਦਿੱਤੀ ਆ। ਤਾਂ ਉਹਨਾਂ ਨੇ 7 ਪੰਨਿਆਂ ਦੀ ਮੈਗਜ਼ੀਨ ਜਾਰੀ ਕਰਕੇ ਕਿਹਾ ਆ ਕਿ ਉਹ ਇਸ ਕਤਲकांड ਦਾ ਬਦਲਾ ਲੈਣਗੇ। ਅੱਤਵਾਦੀ ਸੰਗਠਨ ਦੀ ਇਸ ਧਮਕੀ ਤੋਂ ਬਾਅਦ ਜਾਂਚ ਏਜੰਸੀਆਂ ਹਾਈ ਅਲਰਟ ਤੇ ਆ ਗਈਆਂ ਨੇ। ਤਾਂ ਦੱਸ ਦਈਏ ਕਿ ਮਾਫੀਆ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦੀ 15 ਅਪ੍ਰੈਲ 2023 ਦੀ ਰਾਤ ਨੂੰ ਪ੍ਰਯਾਗਰਾਜ 'ਚ ਕਤਲ ਕਰ ਦਿੱਤਾ ਸੀ। ਪੁਲਿਸ ਦੀ ਸੁਰੱਖਿਆ ਦਰਮਿਆਨ ਇਸ ਕਤਲकांड ਨੂੰ ਸ਼ੂਟਰ ਅਰਨ ਮੌਰਿਆ, ਸਨੀ ਅਤੇ ਲਵਲੇਸ਼ ਤਿਵਾੜੀ ਨੇ ਅੰਜਾਮ ਦਿੱਤਾ ਸੀ। ਤਿੰਨੇ ਕਾਤਲ ਪੱਤਰਕਾਰ ਬਣ ਕੇ ਆਏ ਸਨ। ਇਸ ਤੋਂ ਬਾਅਦ ਜਿਵੇਂ ਹੀ ਅਤੀਕ ਅਤੇ ਅਸ਼ਰਫ ਨੇ ਮੀਡੀਆ ਨਾਲ ਗੱਲ ਕਰਨੀ ਚਾਹੀ ਤਾਂ ਤਿੰਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਤਿੰਨੇ ਕਾਤਲਾਂ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪਾਰਟ 5ਵਾਂ
ਤੇ ਇਸ ਕਤਲकांड ਦੀ ਜਾਂਚ ਚੱਲ ਰਹੀ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਉਹਨਾਂ ਦਾ ਰਿਮਾਂਡ ਵੀ ਨਹੀਂ ਸੀ ਲਿਆ। ਤਾਂ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮਗਰੋਂ ਪਟਨਾ ਵਿੱਚ ਅਤੀਕ ਅਹਿਮਦ ਦੇ ਸਮਰਥਨ ਵਿੱਚ ਵੀ ਨਾਅਰੇਬਾਜ਼ੀ ਹੋਈ ਹੈ। ਦੇਸ਼ 'ਚ ਅਤੀਕ ਅਹਿਮਦ ਦੇ ਕਤਲ ਦੇ ਮਗਰੋਂ ਇਸ ਘਟਨਾ ਨੇ ਸਿਆਸੀ ਰੰਗ ਲੈ ਲਿਆ ਹੈ। ਕੋਈ ਇਸ ਨੂੰ ਸਾਜ਼ਿਸ਼ ਦੱਸ ਰਿਹਾ ਹੈ ਤੇ ਕੋਈ ਇਸ ਕਤਲकांड ਨੂੰ ਹਿੰਦੂ ਮੁਸਲਮਾਨ ਵਾਲਾ ਐਂਗਲ ਦੇ ਰਿਹਾ। ਅਜਿਹੇ ਵਿੱਚ ਹੁਣ ਅਲ-ਕਾਇਦਾ ਦੀ ਧਮਕੀ ਨੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਫਿਲਹਾਲ ਕੁੱਲ ਨਿਬੜਦੀ ਗੱਲ ਆ ਕਿ ਅਸੀਂ ਜੱਜਮੈਂਟ ਪੱਤਰਕਾਰ ਹੋ ਕੇ ਨਹੀਂ ਦਿੰਦੇ ਇਸ ਗੱਲ ਦੀ ਕਿ ਕੌਣ ਦੋਸ਼ੀ ਆ, ਪਰ ਫਿਲਹਾਲ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਆ ਉਹਨਾਂ ਪ੍ਰਸਥਿਤੀਆਂ ਵਿੱਚੋਂ ਜੋ ਕੁਝ ਨਿਕਲ ਕੇ ਆ ਰਿਹਾ ਉਸ ਤੋਂ ਇੰਜ ਲੱਗਦਾ ਆ ਕਿ ਜੇ ਸਰਕਾਰਾਂ ਹੀ ਉੱਠ ਕੇ ਅਦਾਲਤੀ ਪ੍ਰਕਿਰਿਆ ਰਾਹੀਂ ਕੋਈ ਨਿਆਂ ਕਾਨੂੰਨ ਦੀ ਪ੍ਰਣਾਲੀ ਦਾ ਜੋ ਆ ਉਸ ਦੇ ਉੱਤੇ ਯਕੀਨ ਨਾ ਕਰਦੇ ਹੋਏ ਆਪਦੇ ਹੱਥਾਂ 'ਚ ਇੱਦਾਂ ਦੇ ਫੈਸਲੇ ਇਨਕਾਊਂਟਰ ਵਰਗੇ ਫੈਸਲੇ ਕਰਨਾ ਸ਼ੁਰੂ ਕਰ ਦੇਣਗੀਆਂ ਤੇ ਵਾਕਈ ਇਸ ਗੱਲ ਨੂੰ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ ਕਿ ਫਿਰ ਗੁੰਡਿਆਂ ਤੇ ਫਿਰ ਜਿਹੜੇ ਉੱਪਰ ਕੁਰਸੀਆਂ ਦੇ ਉੱਚ ਅਹੁਦਿਆਂ ਉੱਤੇ ਬੈਠੇ ਆ ਜਾਂ ਸਰਕਾਰਾਂ ਚਲਾ ਰਹੇ ਆ ਫਿਰ ਉਹਨਾਂ 'ਚ ਕੀ ਫਰਕ ਰਹਿ ਜਾਂਦਾ ਆ। ਹੁਣ ਆਉਂਦੇ ਜੀ ਅਗਲੀ ਖਬਰ ਵੱਲ। ਜਾਤ ਆਧਾਰਿਤ ਮਰਦਮਸ਼ੁਮਾਰੀ ਨੂੰ ਕਿਉਂ ਨਹੀਂ ਕਰਵਾਇਆ ਜਾ ਰਿਹਾ, ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਤੇ ਕਿਹੜੇ ਸੱਚ ਨੂੰ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ। ਇਹੀ ਸਥਿਤੀ ਬਣੀ ਹੋਈ ਅੱਜ ਕੱਲ੍ਹ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਕਰਨਾਟਕ ਦੇ ਚੋਣ ਪ੍ਰਚਾਰ ਦੇ ਵਿੱਚ ਕਾਂਗਰਸ ਵੱਲੋਂ ਚੁੱਕੀ ਜਾ ਰਹੀ ਹੈ। ਹੁਣ ਕਰਨਾਟਕ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ, ਭਗਵੰਤ ਮਾਨ ਕੇਜਰੀਵਾਲ ਹੋਣੀ ਦੀ ਜਿਹੜੀ ਆਪ ਪਾਰਟੀ ਉਹ ਵੀ ਉੱਥੇ ਜਾ ਕੇ ਪ੍ਰਚਾਰ ਕਰਕੇ ਆਏ ਆ। ਤਾਂ ਦੂਸਰੇ ਪਾਸੇ ਕਾਂਗਰਸ ਵੀ ਆਪਣੇ ਤੌਰ ਤੇ ਪ੍ਰਚਾਰ ਕਰ ਰਹੀ ਆ, ਬਾਕੀ ਪਾਰਟੀਆਂ ਵੀ ਆਪੋ ਆਪਣਾ ਪ੍ਰਚਾਰ ਕਰਨਾਟਕ ਦੇ ਵਿੱਚ ਜਾ ਕੇ ਕਰਦੀਆਂ ਪਈਆਂ ਨੇ। ਤੇ ਹੁਣ ਇਸ ਦੇ ਖਿਲਾਫ ਭਾਜਪਾ ਸਰਕਾਰ ਦਾ ਸਖਤ ਰਵੱਈਆ ਜੋ ਆ, ਕਿਉਂਕਿ ਮਰਦਮਸ਼ੁਮਾਰੀ ਕਰਵਾ ਨਹੀਂ ਰਹੀ ਭਾਜਪਾ ਸਰਕਾਰ, ਉਹ ਜਿਗਿਆਸਾ ਵਧਾਉਂਦਾ ਆ। ਬਿਹਾਰ ਵਿੱਚ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਆ। ਕਾਂਗਰਸ ਤੇ ਨਤੀਸ਼ ਕੁਮਾਰ ਵਰਗੇ ਇਹਨਾਂ ਦੇ ਹੱਕ ਵਿੱਚ ਨਿੱਤਰੇ ਹੋਏ ਹੋਰ ਮਾਹਰਾਂ ਦਾ ਕਹਿਣਾ ਆ ਕਿ ਇਸ ਮਰਦਮਸ਼ੁਮਾਰੀ ਦੀ ਸਖਤ ਲੋੜ ਹੈ ਤਾਂ ਜੋ ਪਤਾ ਚੱਲ ਜਾਵੇ ਕਿ ਰਾਖਵੇਂ ਕਰਨ ਦੇ ਨਾਲ ਉਹਨਾਂ ਜਾਤਾਂ ਨੂੰ ਕੋਈ ਫਾਇਦਾ ਹੋਊਗਾ ਕਿ ਨਹੀਂ। ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਜੋ ਨੇ ਨਾ ਦੋਸਤੋ ਉਹ ਮੰਨਦੀਆਂ ਇਹ ਹੈ ਕਿ ਜਾਤ ਪਾਤ ਦੀ ਰੀਤ ਖਤਮ ਹੋਣੀ ਚਾਹੀਦੀ ਹੈ ਤੇ ਰਾਖਵਾਂਕਰਨ ਸਮਾਜਿਕ ਤੇ ਆਰਥਿਕ ਬਰਾਬਰੀ ਵਾਸਤੇ ਜ਼ਰੂਰੀ ਹੈ। 2013 ਦੇ ਵਿੱਚ ਸਾਰੀਆਂ ਪਾਰਟੀਆਂ ਸਮੇਤ ਕਾਂਗਰਸ ਤੇ ਭਾਜਪਾ ਨੇ ਇਸ ਬਾਰੇ ਸੰਸਦ ਵਿੱਚ ਸਹਿਮਤੀ ਵਿਖਾਈ ਤੇ ਮਰਦਮਸ਼ੁਮਾਰੀ ਸ਼ੁਰੂ ਕਰ ਦਿੱਤੀ ਗਈ। ਸਰਕਾਰ ਬਦਲ ਗਈ ਪਰ ਉਹੀ ਭਾਜਪਾ ਜੋ ਕਿ ਇਸ ਦੇ ਹੱਕ ਵਿੱਚ ਸੀ, ਅੱਜ ਤੱਕ ਉਸ ਦੀ ਸਰਕਾਰ ਨੇ ਉਸ ਮਰਦਮਸ਼ੁਮਾਰੀ ਦੇ ਨਤੀਜੇ ਜਨਤਕ ਨਹੀਂ ਕੀਤੇ। ਮਰਦਮਸ਼ੁਮਾਰੀ ਕਿਸੇ ਵਿਸ਼ੇਸ਼ ਆਬਾਦੀ ਦੇ ਜੀਆਂ ਬਾਬਤ ਸੂਚਨਾ ਨੂੰ ਇਕੱਠਿਆਂ ਕਰਕੇ ਪੱਕੇ ਰੂਪ ਵਿੱਚ ਦਰਜ ਕਰਨ ਦੀ ਵਿਵਸਥਿਤ ਕਾਰਜ ਪ੍ਰਣਾਲੀ ਨੂੰ ਕਿਹਾ ਜਾਂਦਾ ਹੈ। ਜਰਾ ਇਸ ਦੇ ਉੱਤੇ ਆਪਾਂ ਗੌਰ ਕਰ ਲਈਏ। ਇਹ ਕਿਸੇ ਆਬਾਦੀ ਦੀ ਨੇਮਪੂਰਵਕ ਵਾਪਰਦੀ ਅਧਿਕਾਰਕ ਗਿਣਤੀ ਹੁੰਦੀ ਹੈ। ਇਹ ਸ਼ਬਦ ਦੀ ਆਮ ਵਰਤੋਂ ਰਾਸ਼ਟਰੀ ਆਬਾਦੀ ਅਤੇ ਮਕਾਨਾਂ ਦੇ ਸਬੰਧ ਵਿੱਚ ਹੁੰਦੀ ਹੈ। ਹੋਰ ਆਮ ਮਰਦਮਸ਼ੁਮਾਰੀਆਂ ਵਿੱਚ ਖੇਤੀਬਾੜੀ, ਵਪਾਰ ਅਤੇ ਆਵਾਜਾਈ ਸ਼ਾਮਲ ਹੈ। ਮਰਦਮਸ਼ੁਮਾਰੀ ਤੋਂ ਭਾਵ ਦੇਸ਼ ਦੇ ਜਨ ਸਮੂਹ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਤਾਂ ਜੋ ਲੋਕਾਂ ਦੀ ਭਲਾਈ ਲਈ ਸਾਲਾਨਾ 5 ਸਾਲਾ ਅਤੇ ਹੋਰ ਯੋਜਨਾਵਾਂ ਜਿਹੜੀਆਂ ਨੇ ਉਹ ਬਣਾਈਆਂ ਜਾ ਸਕਣ। ਇਸ ਕਰਕੇ ਮਰਦਮਸ਼ੁਮਾਰੀ ਕਰਵਾਈ ਜਾਂਦੀ ਸੀ ਕਿਉਂਕਿ ਪਤਾ ਲੱਗੇ ਕਿਹਨੂੰ ਕੀ ਲੋੜ ਆ, ਕਿਹਨੂੰ ਕੀ ਥੋੜ ਆ, ਕਿਹਨੂੰ ਕੀ ਚਾਹੀਦਾ, ਕਿੱਥੇ ਕੀ ਹੋਣਾ ਚਾਹੀਦਾ, ਕਿੰਨੇ ਗਰੀਬ ਹੈ, ਕਿੰਨੇ ਅਮੀਰ ਹੈ, ਕਿੰਨੇ ਗਰੀਬੀ ਰੇਖਾ ਤੋਂ ਹੇਠਾਂ ਜਿਉ ਰਿਹਾ, ਕਿੰਨੇ ਮੱਧ ਵਰਗ 'ਚ ਆ, ਕਿੰਨੇ ਉੱਚ ਵਰਗ 'ਚ ਆ, ਕਿੰਨੇ ਅਮੀਰ ਆ, ਕਿੰਨਿਆਂ ਕੋਲੇ ਸਹੂਲਤਾਂ ਹੈਗੀਆਂ, ਕਿੰਨਿਆਂ ਕੋਲ ਸਹੂਲਤਾਂ ਨਹੀਂ ਹੈਗੀਆਂ। ਇਹ ਸਾਰਾ ਕੁਛ ਹੀ ਆ ਜਾਂਦਾ ਹੈ ਮਰਦਮਸ਼ੁਮਾਰੀ ਦੇ ਵਿੱਚ, ਇਹ ਪਤਾ ਲੱਗ ਜਾਂਦਾ ਹੈ। ਤਾਂ ਮਰਦਮਸ਼ੁਮਾਰੀ ਦੁਆਰਾ ਪਤਾ ਲਗਾਇਆ ਜਾਂਦਾ ਹੈ ਇਹ ਕਿ ਸਰਕਾਰ ਨੂੰ ਮਨੁੱਖਾਂ ਦੇ ਕਿਹੜੇ ਵਰਗ ਦੀ ਭਲਾਈ ਲਈ ਕਿਹੋ ਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ। ਇਹ ਦੇਸ਼ ਭਰ ਵਿੱਚ ਇਕੱਠੇ ਕੀਤੇ ਜਾਂਦੇ ਅੰਕੜਿਆਂ ਦਾ ਮੁੱਖ ਆਧਾਰ ਹੈ। ਮਰਦਮਸ਼ੁਮਾਰੀ ਦਾ ਮੁੱਖ ਮੰਤਵ ਦੇਸ਼ ਵਾਸੀਆਂ ਦੇ ਰਹਿਣ ਸਹਿਣ, ਧਰਮ, ਜਾਤੀ, ਅਪਾਹਿਜਤਾ, ਮਾਂ ਬੋਲੀ, ਸਾਖਰਤਾ, ਕੰਮਕਾਜ, ਪ੍ਰਵਾਸ, ਜਨਮ ਮਿਤੀ, ਜਨਮ ਸਥਾਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਤਾਂ ਜੋ ਭਾਰਤ ਦੀ ਕੁੱਲ ਆਬਾਦੀ ਦੇ ਨਿਸ਼ਚਿਤ ਵੇਰਵੇ ਪ੍ਰਾਪਤ ਹੋਣ ਅਤੇ ਇਸ ਨੂੰ ਭਵਿੱਖ ਦੀਆਂ ਯੋਜਨਾਵਾਂ ਦਾ ਆਧਾਰ ਬਣਾਇਆ ਜਾ ਸਕੇ। ਥੋੜਾ ਪਿਛੋਕੜ ਦੀ ਹੋਰ ਮੈਂ ਗੱਲ ਕਰਨੀ ਚਾਹੂੰਗਾ ਕਿ ਭਾਰਤ ਵਿੱਚ ਮਰਦਮਸ਼ੁਮਾਰੀ ਪਹਿਲੀ ਵਾਰੀ
ਬਰਤਾਨਵੀ ਸ਼ਾਸਨ ਅਧੀਨ ਸਨ 1872 ਦੇ ਵਿੱਚ ਕੀਤੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਖਤਮ ਹੋਇਆ। ਉਸ ਤੋਂ ਬਾਅਦ ਪੂਰੇ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ, ਪੰਜਾਬ ਦੇ ਉੱਤੇ ਵੀ ਅੰਗਰੇਜ਼ਾਂ ਦਾ ਰਾਜ ਹੋ ਗਿਆ। ਤਾਂ ਫਿਰ ਅੰਗਰੇਜ਼ਾਂ ਨੇ ਇਹ ਦੇਖਣ ਲਈ ਵੀ ਇਸ ਦੇਸ਼ ਦੇ ਲੋਕਾਂ ਦੀ ਗਿਣਤੀ ਕਿੰਨੀ ਆ, ਤੇ 1872 ਦੇ ਵਿੱਚ ਪਹਿਲੀ ਜਿਹੜੀ ਸੀਗੀ ਉਹ ਮਰਦਮਸ਼ੁਮਾਰੀ ਕੀਤੀ ਗਈ ਹੈ, ਜਨਗਣਨਾ ਕੀਤੀ ਗਈ ਹੈ। ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਕੌਮੀ ਅਹਿਮੀਅਤ ਵਾਲੇ ਕੰਮ ਤੇ ਲਗਾਇਆ। ਇਸ ਕੰਮ ਲਈ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀ ਸਿਖਲਾਈ ਦੇ ਕੇ ਘਰੋਂ ਘਰੀ ਤੋਰਿਆ ਜਾਂਦਾ ਆ, ਤਾਂ ਜੋ ਉਹ ਲੋਕਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਣ। ਮਰਦਮਸ਼ੁਮਾਰੀ ਕਰਾ ਰਹੇ ਸਰਕਾਰੀ ਅਦਾਰਿਆਂ ਵੱਲੋਂ ਹਰ ਗਿਣਤੀਕਾਰ ਅਤੇ ਸੁਪਰਵਾਈਜ਼ਰ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਂਦੇ ਨੇ। ਭਾਰਤ ਸਰਕਾਰ ਦੇ ਮਰਦਮਸ਼ੁਮਾਰੀ ਅਧਿਨਿਯਮ 1948 ਤਹਿਤ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਕਈ ਅਧਿਕਾਰ ਹਨ। ਇਹ ਮਰਦਮਸ਼ੁਮਾਰੀ ਲਈ ਕਿਸੇ ਵੀ ਘਰ ਆਦਿ ਵਿੱਚ ਦਾਖਲ ਹੋ ਸਕਦੇ ਨੇ। ਇਹਨਾਂ ਨੂੰ ਮਕਾਨਾਂ ਦੇ ਨੰਬਰ ਲਗਾਉਣ ਜਾਂ ਲਿਖਣ ਅਤੇ ਪਰਿਵਾਰਕ ਅਨੁਸੂਚੀ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਦੇ ਅਧਿਕਾਰ ਨੇ, ਉਹ ਖੁੱਲ੍ਹ ਕੇ ਪੁੱਛ ਸਕਦੇ ਹੈਗੇ ਆ। ਔਰ ਤੁਹਾਨੂੰ ਵੀ ਦੱਸਣਾ ਪਊਗਾ, ਜੋ ਮਰਦਮਸ਼ੁਮਾਰੀ ਵਾਲੇ ਆਉਂਦੇ ਆ, ਤੇ ਤੁਹਾਨੂੰ ਵੀ ਕੋਈ ਵੀ ਗੱਲ ਜਿਹੜੀ ਆ ਬਿਨਾਂ ਲੁਕੋ ਦੇ ਕਲੀਅਰ ਕਰ ਦੇਣੀ ਚਾਹੀਦੀ ਆ। ਕਿੰਨੇ ਜੀ ਆ, ਕਿੰਨੀ ਆਮਦਨ ਹੈ, ਕਿੱਥੋਂ ਆ ਰਹੀ ਹੈ, ਕਿਵੇਂ ਆ ਰਹੀ ਆ, ਤੇ ਕਿਵੇਂ ਗੁਜ਼ਾਰਾ ਹੁੰਦਾ ਆ, ਜਾਤ ਰੰਗ ਜੋ ਕੁਛ ਵੀ ਹੈਗਾ, ਖਿੱਤਾ ਇਲਾਕਾ, ਸਾਰੇ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਤਾਂ ਜਾਤ ਆਧਾਰਿਤ ਮਰਦਮਸ਼ੁਮਾਰੀ ਇਸ ਕਰਕੇ ਜ਼ਰੂਰੀ ਹੈ ਕਿ ਦੇਸ਼ ਆਪਣੀਆਂ ਨੀਤੀਆਂ ਕਾਰਨ ਸਮਾਜ ਉੱਤੇ ਪਏ ਅਸਰ ਨੂੰ ਸਮਝ ਸਕੇ। ਤੇ ਅੱਜ ਸਾਡੇ ਦੇਸ਼ ਵਿੱਚ ਇੱਕ ਕਬਾਇਲੀ ਜਾਤ ਦੀ ਰਾਸ਼ਟਰਪਤੀ ਹੋਣ ਦੇ ਬਾਵਜੂਦ ਜੇ ਮਰਦਮਸ਼ੁਮਾਰੀ ਇਹ ਦਰਸਾਉਂਦੀ ਹੈ ਕਿ ਅੱਜ ਵੀ ਕਬਾਇਲੀ ਜਾਤ ਦੇ ਲੋਕ ਆਰਥਿਕ ਪੱਖੋਂ ਕਮਜ਼ੋਰ ਨੇ, ਤਾਂ ਇਹ ਸਾਡੀਆਂ ਨੀਤੀਆਂ ਵਿੱਚ ਖਰਾਬੀ ਦਾ ਸਬੂਤ ਹੈ। ਸੁਪਰੀਮ ਕੋਰਟ ਨੇ ਜਾਤ ਪਾਤ ਉੱਪਰ ਬੜੀ ਭਾਵਪੂਰਤ ਟਿੱਪਣੀ ਕੀਤੀ ਸੀ ਕਿ ਭਾਵੇਂ ਕੋਈ ਧਰਮ ਪਰਿਵਰਤਨ ਵੀ ਕਰ ਲਵੇ, ਉਸ ਉੱਤੇ ਸਮਾਜਿਕ ਰੀਤੀ ਰਿਵਾਜ ਦਾ ਅਸਰ ਖਤਮ ਨਹੀਂ ਹੁੰਦਾ। ਸੋਚੋ, ਭਾਵੇਂ ਈਸਾਈ ਅਤੇ ਸਿੱਖ ਧਰਮ ਵਿੱਚ ਜਾਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਪਰ ਫਿਰ ਵੀ ਉਹਨਾਂ ਧਰਮਾਂ ਵਿੱਚ ਹੀ ਜਾਤ ਪਾਤ ਤੋਂ ਪਿੱਛਾ ਛਡਾਉਂਦੇ ਲੋਕ ਸਿੱਖ ਜਾਂ ਈਸਾਈ ਬਣਨ ਤੋਂ ਬਾਅਦ ਵੀ ਸਮਾਜ ਦੇ ਵਿੱਚ ਬਰਾਬਰੀ ਦਾ ਦਰਜਾ ਨਾ ਲੈ ਸਕਣ ਤਾਂ ਕਿੰਨਾ ਦੁੱਖ ਹੁੰਦਾ ਹੈ। ਵੈਸੇ ਹੁੰਦਾ ਹੋਇਆ ਐਵੇਂ ਹੈ, ਜਿਹੜੇ ਬਹੁਤ ਜ਼ਿਆਦਾ ਗਰੀਬ, ਜਿਨ੍ਹਾਂ ਨੂੰ ਅਸੀਂ ਵਿਹੜਿਆਂ ਵਾਲੇ ਕਹਿ ਦਿੰਦੇ ਆ, ਜਿਨ੍ਹਾਂ ਦੇ ਨਾਂ ਨਾਲ ਇਸ ਮੁਲਕ ਦੇ ਵਿੱਚ ਦਲਿਤ ਸ਼ਬਦ ਲਾਇਆ ਜਾਂਦਾ ਆ, ਉਹ ਲੋਕ ਜਿਨ੍ਹਾਂ ਨੇ ਈਸਾਈ ਧਰਮ ਅਪਣਾਇਆ, ਪਰ ਜਿਹੜੇ ਅਖੌਤੀ ਆਪਦੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਕਹਾਉਂਦੇ ਆ, ਜਦੋਂ ਮੂੰਹ ਭਰ ਕੇ ਬੋਲਦੇ ਆ ਤੇ ਉਹ ਉਹਨਾਂ ਦੀ ਉਹ ਪੁਰਾਣੀ ਜਾਤ ਲੈ ਕੇ ਹੀ ਬੁਲਾਉਂਦੇ ਆ, ਉਹਨਾਂ ਨੂੰ ਕਦੇ ਵੀ ਨਹੀਂ ਮੰਨਦੇਗੇ ਕਿ ਉਹ ਈਸਾਈ ਬਣ ਚੁੱਕਿਆ। ਇਸੇ ਤਰ੍ਹਾਂ ਜੇ ਉਹ ਅੰਮ੍ਰਿਤਧਾਰੀ ਗੁਰਸਿੱਖ ਵੀ ਸੱਜ ਜਾਂਦਾ ਆ ਤੇ ਉਹਨਾਂ ਨੂੰ ਫਿਰ ਵੀ ਚੌਥੇ ਪੌੜੇ ਵਾਲੇ ਕਿਹਾ ਜਾਂਦਾ, ਉਹਨਾਂ ਨੂੰ ਫਿਰ ਵੀ ਵੱਖਰਾ ਹੀ ਲਿਖਿਆ ਜਾਂਦਾ। ਇਸ ਕਰਕੇ ਅਸੀਂ ਇਹ ਵੀ ਦੇਖਿਆ ਹੋਇਆ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਾਤ ਆਧਾਰਿਤ ਜਿਹੜੇ ਧਾਰਮਿਕ ਸਥਾਨ ਬਣ ਚੁੱਕੇ ਆ, ਵੀ ਆਹ ਵਾਲਮੀਕੀਆਂ ਦਾ ਆ ਜੀ, ਆਹ ਰਮਦਾਸੀਆਂ ਦਾ ਜੀ, ਆਹ ਰਵੀਦਾਸੀਆਂ ਦਾ ਜੀ, ਆਹ ਰਾਮਗੜੀਆਂ ਦਾ ਜੀ, ਆਹ ਨਾਮਦੇਵ ਵਾਲਿਆਂ ਦਾ ਜੀ। ਮਤਲਬ ਕਿਉਂ ਅਲੱਗ-ਅਲੱਗ ਬਣਾਏ ਗਏ ਵੀ ਤੇ ਛਿੰਬਿਆਂ ਦਾ ਹੋਊਗਾ ਜੀ, ਨਾਮਦੇਵ ਵਾਲਿਆਂ ਦਾ ਹੈਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈ ਨਾ, ਉਹ ਕਿਤੇ ਸਾਨੂੰ ਨਿਘਾਰ ਬੰਨੀ ਲੈ ਕੇ ਜਾ ਰਹੀਆਂ। ਸਿੱਖੀ ਵਿੱਚ ਆ ਕੇ ਵੀ ਜਾਤ ਉਹੀ ਹੈ, ਈਸਾਈਆਂ ਦੇ ਵਿੱਚ ਜਾ ਕੇ ਵੀ ਜਾਤ ਉਹੀ ਹੈ, ਤੇ ਫਿਰ ਉਹਨਾਂ ਨੂੰ ਫਾਇਦਾ ਕੀ ਹੋਇਆ? ਉਹਨਾਂ ਨੂੰ ਅੰਦਰੋਂ ਕਿੰਨੀਆਂ ਇਹ ਚੀਜ਼ਾਂ ਤੋੜਦੀਆਂ ਹੋਣਗੀਆਂ। ਰਾਖਵੇਂ ਕਰਨ ਦਾ ਮਕਸਦ ਇਹ ਸੀ ਕਿ ਜਿਨ੍ਹਾਂ ਨੂੰ ਛੋਟੀ ਜਾਤ ਜਾਂ ਨੀਵਾਂ ਮੰਨ ਕੇ ਸਿੱਖਿਆ ਤੋਂ ਵਾਂਝਿਆਂ ਕਰਕੇ ਸਮਾਜ ਵਿੱਚ ਕਮਜ਼ੋਰ ਬਣਾਇਆ ਗਿਆ ਸੀ, ਉਹਨਾਂ ਨੂੰ ਆਰਥਿਕ ਤੌਰ ਤੇ ਉੱਚਾ ਚੁੱਕ ਕੇ ਸਮਾਜ ਵਿੱਚ ਸਨਮਾਨਪੂਰਨ ਬਰਾਬਰੀ ਦਾ ਸਥਾਨ ਦਿਵਾਇਆ ਜਾ ਸਕੇ। ਗੱਲ ਸਾਫ਼ ਹੈ ਕਿ ਪੈਸੇ ਸਾਹਮਣੇ ਜਾਤ ਦਾ ਅਸਰ ਘੱਟ ਹੋ ਜਾਂਦਾ ਹੈ, ਪਰ ਅੱਜ ਅਸੀਂ ਆਮ ਵੇਖ ਰਹੇ ਹਾਂ ਕਿ ਧਰਮ ਪਰਿਵਰਤਨ ਦੀ ਸੋਚ ਵੱਧ ਰਹੀ ਹੈ, ਯਾਨੀ ਕਿ ਸਮਾਜ ਵਿੱਚ ਸੰਤੁਸ਼ਟੀ ਜਿਹੜੀ ਹੈ ਉਹ ਬਣ ਨਹੀਂ ਰਹੀ। ਦਲਿਤ ਬੱਚੇ ਅਜਿਹੇ ਵਿਵਹਾਰ ਦਾ ਸਾਹਮਣਾ ਕਾਲਜਾਂ ਦੇ ਵਿੱਚ ਕਰਦੇ ਹੋਏ ਇੰਨੇ ਦੁਖੀ ਹੋ ਜਾਂਦੇ ਆ ਕਿ ਉਹ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਂਦੇ ਆ। ਦਲਿਤ ਯੁਵਾ ਰੋਹਿਤ ਵੈਮੂਲਾ ਨੂੰ ਨਾ ਭੁੱਲੋ, ਜਿਸ ਨੂੰ ਖੁਦਕੁਸ਼ੀ ਕਰਨ ਲਈ ਸਾਡੇ ਸਮਾਜ ਦੀਆਂ ਰੀਤਾਂ ਤੇ ਰਵੱਈਏ ਨੇ ਮਜਬੂਰ ਕੀਤਾ ਆ।
ਉਸ ਦੀ ਕਿਤਾਬ ਜਾਤ ਕੋਈ ਅਫਵਾਹ ਨਹੀਂ ਹੈ ਨੂੰ ਪੜ੍ਹ ਕੇ ਦਿਲ ਤੜਫ ਜਾਂਦਾ ਆ, ਜਦੋਂ ਪੜ੍ਹਨ ਵਾਲਾ ਇੱਕ ਕੋਮਲ ਰੂਹ ਤੇ ਸਮਝਦਾਰ ਦਿਮਾਗ ਨੂੰ ਸਮਾਜ ਦੇ ਦਬਾਅ ਸਾਹਮਣੇ ਹਾਰ ਜਾਂਦਾ ਵੇਖਦਾ ਆ। ਤੇ ਹੋਇਆ ਕੀ ਹੈ? ਹੋਇਆ ਵੀ ਇਦਾਂ ਹੀ ਹੈ ਕਿ ਸਾਡੇ ਇੱਥੇ ਪਿਛਲੇ ਦਿਨੀ ਇੱਕ ਕੁੜੀ ਨੂੰ ਉੱਚ ਜਾਤੀ ਦੇ ਲੋਕਾਂ ਵੱਲੋਂ ਜਿਹੜੇ ਨਰਸਿੰਗ ਦਾ ਕੋਰਸ ਕਰ ਰਹੀ ਸੀ, ਉਹ ਵੀ ਇੱਕ ਬਹੁਤ ਵੱਡੇ ਜਿਹੜੇ ਆ ਧਾਰਮਿਕ ਹਸਪਤਾਲ ਦੇ ਵਿੱਚ, ਇੰਸਟੀਚਿਊਟ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਾਖਲ ਸੀ, ਜਿਸ ਨੇ ਅੰਤ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਉਹਨੂੰ ਜਾਤੀ ਸੂਚਕ ਸ਼ਬਦ ਕਹੇ ਜਾਂਦੇ ਸੀ, ਟੌਰਚਰ ਕੀਤਾ ਜਾਂਦਾ ਸੀ। ਸਾਡੇ ਸਮਾਜ ਵਿੱਚ ਹਜੇ ਤੱਕ ਵੀ ਲੋਕ ਹਟਦੇ ਨਹੀਂ ਗੇ, ਮੂੰਹ ਭਰ ਕੇ ਅਗਲੇ ਦੀ ਜਾਤ ਜਿਹੜੀ ਆ ਉਹ ਨਿੰਦਰੋਂ ਨਹੀਂ ਹਟਦੇ ਗੇ। ਤੇ ਖਾਸ ਤੌਰ ਤੇ ਸਕੂਲਾਂ ਕਾਲਜਾਂ ਦੀ ਜਿਹੜੀ ਅੱਥਰੀ ਮੰਡੀਰ ਆ, ਜਿਨ੍ਹਾਂ ਦੀਆਂ ਧੌਣਾਂ 'ਚ ਕਿੱਲੇ ਆ, ਉਹ ਅਕਸਰ ਹੀ ਦੂਜੀਆਂ ਕੌਮਾਂ ਦੇ ਮੁੰਡਿਆਂ ਕੁੜੀਆਂ ਨੂੰ ਵੇਖ ਕੇ ਟਿਚਰਾਂ ਕਰਦੇ ਆ, ਉਹਨਾਂ ਨੂੰ ਜਾਤ ਆਧਾਰਿਤ ਇਸ ਤਰੀਕੇ ਦੀ ਗੱਲ ਕਰਦੇ ਆ ਕਿ ਜਿਵੇਂ ਰੱਬ ਨੇ ਉਹਨਾਂ ਨੂੰ ਉੱਚੇ ਪੈਦਾ ਕੀਤਾ ਹੋਵੇ ਤੇ ਬਾਕੀ ਜਿਹੜੇ ਲੋਕ ਆ ਉਹ ਰੱਬ ਦੇ ਪੈਦਾ ਨਹੀਂ ਕੀਤੇ ਹੋਏ, ਉਹ ਜਿਵੇਂ ਰੱਬ ਨੇ ਸਿੱਟੇ ਹੋਣ, ਸ਼ਾਇਦ ਇਦਾਂ ਦਾ ਵਿਹਾਰ ਕੀਤਾ ਜਾਂਦਾ। ਤੇ ਫਿਰ ਕਈ ਵਾਰੀ ਤੇ ਇਹ ਆ ਵੀ ਉਹਨਾਂ ਦੇ ਨਾਲ ਨਾ ਤਾਂ ਘੁੰਮਿਆ ਫਿਰਿਆ ਜਾਂਦਾ, ਨਾ ਬੈਠਿਆ ਜਾਂਦਾ ਆ। ਰੰਗ ਤਾਂ ਪਹਿਲਾਂ ਹੀ ਭੇਦ ਦਾ ਕਾਰਨ ਬਣਦਾ ਪਿਆ ਸੀ, ਕੋਈ ਗੋਰਾ ਤੇ ਕਾਲਾ, ਤੇ ਨਾਲ ਨਾਲ ਜਦੋਂ ਜਾਤ ਦਾ ਵੀ ਇਹ ਹੋ ਜਾਵੇ ਤਾਂ ਫਿਰ ਕੀ ਆਖੇ। ਜਿਹੜੀਆਂ ਵਿਚਾਰੀਆਂ ਕਿਰਤੀ ਕੌਮਾਂ ਆ, ਉਹਨਾਂ ਦੇ ਰੰਗ ਵੀ ਕਿੱਥੋਂ ਗੋਰੇ ਹੋਣ। ਚਲੋ ਸਾਰਿਆਂ ਨੂੰ ਨਹੀਂ ਕਹਿ ਸਕਦੇ, ਜ਼ਰੂਰੀ ਨਹੀਂ ਕਿ ਸਾਰੇ ਕਾਲੇ ਹੀ ਹੁੰਦੇ ਆ। ਕਿਰਤੀ ਕੌਮਾਂ ਜਾਂ ਵਿਚਾਰੇ ਜਿਹੜੇ ਅਛੂਤ ਸ਼੍ਰੇਣੀਆਂ, ਜਿਨ੍ਹਾਂ ਨੂੰ ਇਸ ਮੁਲਕ ਦੇ ਕਮੀਨੇ ਲੋਕਾਂ ਨੇ ਬਣਾਇਆ ਸੀ, ਜਿਨ੍ਹਾਂ ਨੇ ਇਨਸਾਨੀਅਤ ਨੂੰ ਸਮਝਿਆ ਨਹੀਂ ਗਾ, ਜੇ ਉਹਨਾਂ ਲੋਕਾਂ ਦੇ ਵਿੱਚ ਰੰਗ ਦੇ ਪੱਖੋਂ ਮਿਹਨਤ ਕਰ ਕਰਕੇ ਧੁੱਪਾਂ ਵਿੱਚ ਕੜ ਕੇ ਰੰਗ ਉਹਨਾਂ ਦੇ ਪੱਕ ਗਏ ਆ, ਤੇ ਇਹ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਤਾਂ ਇਸ ਕਰਕੇ ਜਿੱਥੇ ਰੰਗ ਤੇ ਦੂਸਰੀ ਨਸਲ ਤੇ ਤੀਸਰੀ ਜਾਤ ਜਿਹੜੀ ਆ, ਇਹ ਭੇਦਭਾਵ ਇਸ ਮੁਲਕ ਵਿੱਚ ਕੀਤਾ ਜਾਂਦਾ ਆ। ਔਰ ਜਿਨ੍ਹਾਂ ਵਿਦਿਆਰਥੀਆਂ ਨਾਲ ਹੋਏ ਆ ਤੇ ਹੁੰਦੇ ਆ, ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਲੋਕ ਹੋਰ ਕਿਸੇ ਪਾਸੋਂ ਕਿਸੇ ਨੂੰ ਨਹੀਂ ਮਾਰ ਸਕਦੇ, ਜਾਂ ਫਿਰ ਕਈ ਵਾਰੀ ਗਰੀਬ ਘਰਾਂ ਦੇ ਜਿਹੜੇ ਵਿਦਿਆਰਥੀ ਪੜ੍ਹ ਲਿਖ ਕੇ ਉੱਚੀ ਜਗ੍ਹਾ ਤੇ ਪਹੁੰਚ ਜਾਂਦੇ ਆ, ਜਦੋਂ ਕੋਈ ਆਪਦੇ ਆਪ ਨੂੰ ਅਖੌਤੀ ਉੱਚੀ ਜਹਾਤ ਦਾ ਕਹਾਉਣ ਵਾਲਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ, ਤੇ ਫਿਰ ਉਹਨੂੰ ਲਿਆ ਕੇ ਇੱਥੇ ਸਿੱਟਦਾ ਆ, ਇਸ ਜਗ੍ਹਾ ਲਿਆ ਕੇ ਅਗਲੇ ਨੂੰ ਮਾਰਦੇ ਆ। ਫਿਰ ਅਗਲਾ ਕੁਛ ਵੀ ਕਰਨ ਜੋਗਾ ਨਹੀਂ ਹੁੰਦਾ ਗਾ ਵੀ ਕੀ ਆਖੇ ਇਹੋ ਜਿਹੇ ਲੋਕਾਂ ਨੂੰ, ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚੋਂ ਇਹ ਗੰਦਾ ਕੀੜਾ ਨਿਕਲ ਨਹੀਂ ਰਿਹਾ, ਜਾਤ ਪਾਤ ਦਾ ਜਿਹੜਾ ਕੋੜ ਆ ਉਹ ਨਿਕਲ ਹੀ ਨਹੀਂ ਰਿਹਾ ਗਾ। ਇਸ ਕਰਕੇ ਜਾਤ ਆਧਾਰਿਤ ਮਰਦਮਸ਼ੁਮਾਰੀ ਜ਼ਰੂਰੀ ਹੈ, ਤਾਂ ਕਿ ਸਮਝ ਪੈ ਜਾਵੇ ਕਿ 75 ਸਾਲਾਂ ਦੇ ਰਾਖਵੇਂਕਰਨ ਤੇ ਕੁਝ ਮੁੱਠੀ ਭਾਰ ਅਹੁਦਿਆਂ ਉੱਤੇ ਪਿਛੜੇ ਵਰਗਾਂ ਨੂੰ ਲਗਾ ਦੇਣ ਦੇ ਬਾਵਜੂਦ ਵੀ ਪਿਛੜੀਆਂ ਜਾਤੀਆਂ ਅੱਜ ਵੀ ਕਿਉਂ ਪਿਛੜੀਆਂ ਨੇ। ਤੇ ਹਾਂ, ਇੰਨਾ ਜ਼ਰੂਰ ਹੈ ਕਿ ਸਰਕਾਰ ਤੇ ਵਿਰੋਧੀ ਧਿਰਾਂ ਇਸ ਮਰਦਮਸ਼ੁਮਾਰੀ ਰਾਹੀਂ ਵੋਟਾਂ ਇਕੱਠੀਆਂ ਕਰਨੀਆਂ ਚਾਹੁੰਦੀਆਂ ਹੋਣਗੀਆਂ, ਪਰ ਜੇ ਇਸ ਨਾਲ ਪਿਛੜੀਆਂ ਜਾਤਾਂ ਨੂੰ ਹਾਕਮਾਂ ਦੀਆਂ ਨੀਤੀਆਂ ਦੀ ਸੱਚਾਈ ਨੂੰ ਸਮਝਣ ਦਾ ਮੌਕਾ ਮਿਲਦਾ ਆ, ਤਾਂ ਫਿਰ ਜਾਤ ਆਧਾਰਿਤ ਮਰਦਮਸ਼ੁਮਾਰੀ ਕਿਉਂ ਨਹੀਂ ਕਰਵਾਈ ਜਾ ਰਹੀ ਹੈ। ਉਹ ਆਪਣੀ ਵੋਟ ਪਾਰਟੀਆਂ ਦੀਆਂ ਨੀਤੀਆਂ ਨੂੰ ਵੇਖ ਤੇ ਪਰਖ ਕੇ ਹੀ ਪਾਉਣ। ਜੇ ਅੱਜ ਵੀ ਗਰੀਬਾਂ ਵਿੱਚ ਪਿਛੜੀਆਂ ਜਾਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਤਾਂ ਉਸ ਨੀਤੀ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ। ਜੇ ਅੱਜ ਅਮੀਰ ਤਾਕਤਵਰ ਅਫਸਰਸ਼ਾਹੀ, ਉਦਯੋਗਪਤੀ, ਫੌਜ, ਪੁਲਿਸ ਵਿੱਚ ਪਿਛੜੀਆਂ ਜਾਤੀਆਂ ਦੀ ਸ਼ਮੂਲੀਅਤ ਉਹਨਾਂ ਦੀ ਆਬਾਦੀ ਮੁਤਾਬਕ ਨਹੀਂ ਹੈ, ਤਾਂ ਬਦਲਾਅ ਦੀ ਲੋੜ ਹੈ। ਜੇ ਨੀਤੀਆਂ ਵਿੱਚ ਖਰਾਬੀ ਨਹੀਂ, ਤਾਂ ਫਿਰ ਸੱਚ ਸਾਹਮਣੇ ਕਿਉਂ ਨਹੀਂ ਲਿਆਂਦਾ ਜਾਂਦਾ। ਜਦੋਂ ਵਾਰ-ਵਾਰ ਰਾਸ਼ਟਰਪਤੀ ਦੀ ਜਾਤ ਸੁਣਾ ਕੇ ਅਹਿਸਾਸ ਜਤਾਇਆ ਜਾ ਸਕਦਾ ਹੈ, ਤਾਂ ਫਿਰ ਜਾਤ ਆਧਾਰਿਤ ਮਰਦਮਸ਼ੁਮਾਰੀ ਕਿਉਂ ਨਹੀਂ। ਔਰ ਤੁਸੀਂ ਦੇਖੋ ਕਿ ਇਹ ਵੀ ਇੱਕ ਵੱਡੇ ਮਾਣ ਦੀ ਗੱਲ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੋ ਆ, ਉਹ ਕਬਾਇਲੀ ਜਾਤਾਂ ਦੇ ਵਿੱਚੋਂ ਆਈ ਹੈ, ਉਹਨੂੰ ਐਡਾ ਵੱਡਾ ਮਾਣ ਦਿੱਤਾ। ਉਹ ਵਾਕਈ ਮਾਣ ਕਰਨ ਵਾਲੀ ਗੱਲ ਹੈ। ਔਰ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਿ ਪਛੜੇ ਕਬੀਲਿਆਂ ਦੇ ਵਿੱਚੋਂ ਆ, ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਜਿਨ੍ਹਾਂ ਲੋਕਾਂ ਨੂੰ ਗੁੱਠੇ ਲਗਾਇਆ ਗਿਆ ਆ, ਤਾਂ ਉਹਨਾਂ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਉਹ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਪੁੱਛਿਆ ਹੀ ਨਹੀਂ ਗਿਆ, ਪਰ ਉਹਨਾਂ ਨੇ ਇਸ ਦੇਸ਼ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ। ਕਈ ਵਾਰੀ ਤਾਂ ਇਦਾਂ ਲੱਗਦਾ ਕਿ ਜਿਹੜੇ ਵੱਡੀਆਂ ਪ੍ਰਾਪਤੀਆਂ ਕਰ ਗਏ, ਚਾਹੇ ਡਾਕਟਰ ਭੀਮ ਰਾਓ ਅੰਬੇਦਕਰ ਤੋਂ ਵੱਡੀ ਮਿਸਾਲ ਕੋਈ ਹੋ ਹੀ ਨਹੀਂ ਸਕਦੀ ਇਸ ਮੁਲਕ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਸੀਂ ਜੇ ਜ਼ਿਕਰ ਕਰ ਲਈਏ ਤਾਂ ਬਹੁਤ ਸਾਰੇ ਹੋਰ ਨਾਮ ਜੇ ਆਪਾਂ ਲੈਣ ਲੱਗੇ ਤਾਂ ਬਹੁਤ ਲੰਬੀ ਜਿਹੜੀ ਆ ਉਹ ਲਿਸਟ ਬਣ ਜੂਗੀ। ਤਾਂ ਡਾਕਟਰ ਭੀਮ ਰਾਓ ਅੰਬੇਦਕਰ ਤੋਂ ਵੱਡੀ ਮਿਸਾਲ ਵਾਕਈ ਕੋਈ ਨਹੀਂ ਹੈਗੀ।
ਤੇ ਪਰ ਇਸ ਦੇ ਬਾਵਜੂਦ ਵੀ ਜਿੰਨਾ ਕੁਛ ਉਹ ਕਰਕੇ ਗਏ ਨੇ, ਇਸ ਦੇਸ਼ ਦੇ ਵਿੱਚੋਂ ਜਾਤ ਪਾਤ ਦਾ ਕੋਡ ਨਹੀਂ ਖਤਮ ਹੋ ਸਕਿਆ, ਜਿਹੜਾ ਅੱਜ ਵੀ ਕਚੋਟਦਾ ਆ। ਤਾਂ ਲੋੜ ਹੈ ਕਿ ਹੁਣ ਇੱਕ ਵਾਰੀ ਮਰਦਮਸ਼ੁਮਾਰੀ ਜ਼ਰੂਰ ਹੋਣੀ ਚਾਹੀਦੀ ਹੈ। ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਜਿਹੜੀ ਕਾਂਗਰਸ ਨੇ ਚੁੱਕੀ ਹੈ, ਉਸ ਦੇ ਲਈ ਸਰਕਾਰ ਜ਼ਰੂਰ ਆਵੇ। ਸਰਕਾਰ ਓਲੇ ਵਿੱਚ ਕੋਈ ਗੱਲ ਨਾ ਰੱਖੇ, ਇਹ ਸਾਹਮਣੇ ਆਉਣੀ ਚਾਹੀਦੀ ਆ, ਕਿਉਂਕਿ ਹੁਣ ਸਾਡੇ ਮੁਲਕ ਵਿੱਚ ਮਰਦਮਸ਼ੁਮਾਰੀ ਹੋਈ ਨੂੰ ਬਹੁਤ ਚਿਰ ਹੋ ਗਿਆ, ਜਦੋਂ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਮਰਦਮਸ਼ੁਮਾਰੀ ਹੋ ਵੀ ਚੁੱਕੀ ਆ, ਔਰ ਸਾਡੀ ਮਰਦਮਸ਼ੁਮਾਰੀ ਨੂੰ ਲੰਬਾ ਅਰਸਾ ਹੋ ਗਿਆ। ਵਾਰ-ਵਾਰ ਸਾਰਾ ਕੁਝ ਕਰਵਾ ਕੇ ਤੇ ਫਿਰ ਉੱਥੇ ਰੋਕ ਦਿੱਤਾ ਜਾਂਦਾ ਹੈ। ਤਾਂ ਹੁਣ ਇਸ ਟਾਈਮ ਲੋੜ ਆ ਤਾਂ ਕਿ ਹੁਣ ਲੋਕਾਂ ਨੂੰ ਸੱਚੀ ਇਹ ਪਤਾ ਲੱਗ ਜੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਖੌਤੀ ਨੀਵੀਆਂ ਸ਼੍ਰੇਣੀਆਂ ਕਹਿ ਕੇ ਗੁੱਠੇ ਲਾਇਆ ਗਿਆ, ਜਿਨ੍ਹਾਂ ਨੂੰ ਅਜੇ ਵੀ ਜਾਤ ਆਧਾਰ ਦੇ ਉੱਤੇ ਉੱਚ ਸ਼੍ਰੇਣੀਆਂ ਵਾਲੇ ਜਿਹੜੀ ਆ ਜਾਤੀ ਪੀੜ ਦਿੰਦੇ ਆ, ਜਿਹੜੀਆਂ ਗੱਲਾਂ ਕਦੇ ਡਾਕਟਰ ਭੀਮ ਰਾਓ ਅੰਬੇਦਕਰ ਕਰਕੇ ਗਏ ਆ, ਜਿਹੜੀਆਂ ਗੱਲਾਂ ਕਦੇ ਸ਼ਰਨ ਕੁਮਾਰ ਲਿੰਬਾਲੇ ਵਰਗੇ, ਅਕਰਮਾਸ਼ੀ ਵਰਗੇ ਨਾਵਲਾਂ ਦੇ ਵਿੱਚ ਕਰਕੇ ਗਏ ਆ, ਜਿਹੜੀਆਂ ਗੱਲਾਂ ਇਸ ਤਰ੍ਹਾਂ ਦੇ ਹੋਰ ਕਾਫੀ ਸਾਰੇ ਜਿਹੜੇ ਲੇਖਕ ਸੀਗੇ ਉਹ ਕਰਕੇ ਗਏ ਆ, ਜਾਂ ਫਿਰ ਦੁਆਬੇ ਦੇ ਵਿੱਚੋਂ ਜਿਹੜੇ ਸੀਗੇ ਮੁੱਗੋਵਾਲੀਆ ਸਾਹਿਬ ਸੀਗੇ, ਕਿੱਡਾ ਵੱਡਾ ਨਾਮ ਸੀਗਾ, ਜੇ ਉਹ ਕਰਕੇ ਗਏ ਆ ਤਾਂ ਉਹ ਇਸ ਕਰਕੇ ਹੀ ਕਰਕੇ ਗਏ ਆ ਕਿਉਂਕਿ ਉਹਨਾਂ ਨੂੰ ਜਾਤਾਂ ਦੀਆਂ ਇਹਨਾਂ ਪੀੜਾਂ ਦੇ ਵਿੱਚੋਂ ਨਿਕਲਣਾ ਪਿਆ। ਤੇ ਜੇ ਉਹਨਾਂ ਨੇ ਦਲਿਤਾਂ ਨੂੰ ਹੱਕ ਦਿਵਾਏ ਸੀਗੇ ਤਾਂ ਉਹਨਾਂ ਹੱਕਾਂ ਤੋਂ ਬਾਅਦ ਹੁਣ ਜਿਹੜੀ ਇਹ ਮਰਦਮਸ਼ੁਮਾਰੀ ਵਾਲੇ ਮੁੱਦੇ ਆ, ਇਹਨਾਂ ਦੇ ਉੱਤੇ ਵੀ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਆ। ਇਹਨੂੰ ਹੁਣ ਰੁਕਣਾ ਨਹੀਂ ਚਾਹੀਦਾ। ਹੁਣ ਦੇਖਣਾ ਇਹ ਹੋਊਗਾ ਕਿ ਇਸ ਤੋਂ ਬਾਅਦ ਮਰਦਮਸ਼ੁਮਾਰੀ ਕਰਾਉਣ ਦੇ ਵਾਸਤੇ ਹੁਣ ਕਾਂਗਰਸ ਦੀ ਇਹ ਗੱਲ ਜਾਂ ਫਿਰ ਬਾਕੀ ਪਾਰਟੀਆਂ ਵੱਲੋਂ ਉਠਾਈ ਜਾਂਦੀ ਗੱਲ ਨੂੰ ਕੇਂਦਰ ਸਰਕਾਰ ਮੰਨਦੀ ਹੈ, ਜਾਂ ਫਿਰ ਇੱਕ ਵਾਰੀ ਫਿਰ ਇਸ ਮਾਮਲੇ ਨੂੰ ਹਮੇਸ਼ਾ ਦੇ ਲਈ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਊਗਾ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ ਦਾ ਪੰਜਾਬ ਟਾਕਸ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼, ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ, ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ, ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ, ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ, ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬੋਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬੋਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬੋਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਆਰ ਨੂੰ ਕਾਲ ਕਰਕੇ
ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।